ਪੰਜਾਬੀ ਸਾਹਿਤ ਚੈਨਲ 'ਤੇ ਸਾਰਿਆਂ ਦਾ ਸਵਾਗਤ ਹੈ। ਅੱਜ ਕੁਲਵੰਤ ਸਿੰਘ ਵਿਰਕ ਦੀ ਲਿਖੀ ਹੋਈ ਕਹਾਣੀ ਸ਼ੇਰਨੀਆਂ ਦਾ ਸਾਰ ਕਰਾਂਗੇ। ਇਹ ਕਥਾ ਕਹਾਣੀ 11ਵੀਂ ਕਲਾਸ ਦੀ ਬੁੱਕ ਹਰਿਆਣੇ ਬੋਰਡ ਵੱਲੋਂ ਜੋ ਲਗਾਈ ਗਈ ਹੈ। ਕਥਾ ਕਹਾਣੀ 11ਵੀਂ ਕਲਾਸ ਦੀ, ਉਸ ਵਿੱਚ ਤੀਸਰੀ ਕਹਾਣੀ ਹੈ। ਲੇਖਕ ਲਿਖਦਾ ਹੈ ਕਿ ਹੋਰ ਬੱਚੇ ਤੇ ਸੋ ਗਏ ਸਨ, ਪਰ ਸਭ ਤੋਂ ਛੋਟਾ ਅਜੇ ਜਾਗਦਾ ਸੀ। ਦਿਨੇ ਚੋਖਾ ਚਿਰ ਸੁੱਤਾ ਰਿਹਾ ਹੋਣ ਕਰਕੇ ਮੇਰੀ ਵਹੁਟੀ ਉਸਦੇ ਨਾਲ ਲੰਮੀ ਪੈ ਕੇ ਉਸਨੂੰ ਸਵਾਉਣ ਦਾ ਚਾਰਾ ਕਰ ਰਹੀ ਸੀ। ਸਾਡੀ ਸਲਾਹ ਸੀ ਕਿ ਸੌਣ ਤੋਂ ਪਹਿਲਾਂ ਕੁਝ ਚਿਰ ਸ਼ਹਿਰ ਕਰ ਆਈਏ, ਪਰ ਕਾਕੇ ਦੇ ਸੌਣ ਤੱਕ ਕਿਸ ਤਰ੍ਹਾਂ ਜਾ ਸਕਦੇ ਸਾਂ। ਨਾਲ ਵੀ ਉਸਨੂੰ ਚੁੱਕਣਾ ਔਖਾ ਸੀ। ਇਸ ਲਈ ਮੈਂ ਆਪਣਾ ਇਕੱਲੇ ਹੀ ਜਾਣ ਦਾ ਫੈਸਲਾ ਕੀਤਾ। ਮੇਰੀ ਵਹੁਟੀ ਮਗਰੋਂ ਆ ਕੇ ਮੇਰੇ ਨਾਲ ਰਲ ਸਕਦੀ ਸੀ। ਚੰਗਾ, ਮੈਂ ਚੱਲਣਾ ਵਾਂ, ਮੈਂ ਮੰਜੀ ਤੋਂ ਉੱਠਦੇ ਹੋਏ ਕਿਹਾ। ਜਦੋਂ ਸੋ ਗਿਆ ਤੂੰ ਵੱਡੀ ਪਾਰਕ ਵਿੱਚ ਆ ਜਾਵੀਂ, ਉੱਥੇ ਹੀ ਹੋਵਾਂਗਾ। ਬਸ ਮੈਂ ਹੁਣੇ ਇਸ ਨੂੰ ਸਵਾ ਕੇ ਆ ਜਾਨੀ ਆਂ। ਗੱਲਾਂ ਕਰਦਿਆਂ ਕੋਲ ਨਹੀਂ ਸੌਂਦਾ। ਜਰਾ ਕੁ ਆਪ ਝੂਠੀ ਮੁੱਠੀ ਦੀਆਂ ਅੱਖਾਂ ਮਿਟੀਏ ਤਾਂ ਝੱਟ ਸੌ ਜਾਂਦਾ ਏ। ਮੇਰੀ ਵਹੁਟੀ ਨੇ ਮੈਨੂੰ ਤੇ ਆਪਣੇ ਆਪ ਨੂੰ ਤਸੱਲੀ ਦਿੱਤੀ। ਮੈਂ ਇਕੱਲਾ ਬਾਹਰ ਤੁਰ ਪਿਆ। ਮਾਡਲ ਟਾਊਨ ਦੀ ਇੱਕ ਸੜਕ ਦੇ ਦੋਹੀਂ ਪਾਸੀਂ ਮਕਾਨਾਂ ਵਿੱਚ ਬੱਤੀਆਂ ਹਜੇ ਜਗ ਰਹੀਆਂ ਸਨ। ਲੋਕ ਸੁੱਤੇ ਤੇ ਨਹੀਂ ਸਨ, ਪਰ ਸੌਣ ਵਾਲੇ ਹੀ ਜਾਪਦੇ ਸਨ। ਮੋੜ ਦੇ ਘਰ ਵਿੱਚ ਪਤਲੇ ਪਰਦਿਆਂ ਵਿੱਚੋਂ ਕੋਈ ਕੱਪੜੇ ਬਦਲਦਾ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਪਰਛਾਵਿਆਂ ਦਾ ਨਾਟਕ ਹੋ ਰਿਹਾ ਹੋਵੇ। ਉਸਦੇ ਨਾਲ ਦੇ ਘਰ ਵਿੱਚ ਵੀ ਇੱਕ ਜੋੜਾ ਆਪਣੇ ਕਮਰੇ ਦੀਆਂ ਮੱਧਮ ਨੀਲੀਆਂ ਬੱਤੀਆਂ ਹੇਠ ਸੌਣ ਦੀਆਂ ਤਿਆਰੀਆਂ ਕਰ ਰਹੇ ਸੀ। ਮੈਨੂੰ ਕੁਝ ਸੁਆਦ ਜਿਹਾ ਆ ਰਿਹਾ ਸੀ, ਜਿਹੜਾ ਇਸ ਖਿਆਲ 'ਤੇ ਆਉਂਦਾ ਹੈ ਕਿ ਲੋਕੀ ਅੰਦਰ ਹੀ ਵੜੇ ਸੌਣ ਦੀਆਂ ਤਿਆਰੀਆਂ ਕਰ ਰਹੇ ਸਨ ਤੇ ਤੁਸੀਂ ਬਾਹਰ ਫਿਰ ਰਹੇ ਹੋ। ਤੁਸੀਂ ਲੋਕਾਂ ਨੂੰ ਵੇਖ ਰਹੇ ਹੋ, ਪਰ ਉਹਨਾਂ ਨੂੰ ਪਤਾ ਨਹੀਂ ਕਿ ਤੁਸੀਂ ਉਹਨਾਂ ਨੂੰ ਵੇਖ ਰਹੇ ਹੋ। ਪਾਰਕ ਬਹੁਤ ਵੱਡਾ ਸੀ। ਹੇਠਾਂ ਸਾਫ਼ ਪੱਧਰੀ ਜ਼ਮੀਨ ਤੇ ਘਾਹ ਉਗਾਇਆ ਹੋਇਆ ਸੀ ਤੇ ਦੁਆਲੇ ਤਾਰ ਲੱਗੀ ਹੋਈ ਸੀ। ਲੰਘਣ ਲਈ ਵਿੱਚ ਕਿਤੇ ਖੱਪੇ ਛੱਡੇ ਹੋਏ ਸਨ। ਇੱਕ ਪਾਸੇ ਸੜਕ ਲੰਘੀ ਸੀ, ਜਿਸ 'ਤੇ ਜਗ ਰਹੀਆਂ ਬੱਤੀਆਂ ਪਾਰਕ ਵਿੱਚ ਚਾਨਣ ਸੁੱਟਦੀਆਂ ਸਨ। ਇਸ ਤਰ੍ਹਾਂ ਪਾਰਕ ਵਿੱਚ ਇੰਨਾ ਕੁ ਚਾਨਣ ਸੀ ਜਿੰਨਾ 8 ਕੁ ਦਿਨਾਂ ਦੇ ਚੰਨ ਦਾ ਹੁੰਦਾ ਏ। ਇਹ ਚਾਨਣ ਇਕਸਾਰ ਨਹੀਂ ਸੀ। ਸੜਕ ਦੇ ਕੰਢੇ ਉਤਲੇ ਦਰੱਖਤਾਂ ਦੇ ਲੰਮੇ ਪਰਛਾਵੇਂ ਪਾਰਕ ਵਿੱਚ ਡਿੱਗਦੇ ਸਨ ਤੇ ਕਈ ਥਾਵਾਂ 'ਤੇ ਹਨੇਰਾ ਕਰ ਰਹੇ ਸਨ। ਰਾਤ ਚਾਨਣੀ ਨਹੀਂ ਸੀ। ਹਨੇਰੀ ਰਾਤ ਨੇ, ਜਿਹੜੀ ਤਾਰਿਆਂ ਦੀ ਮਤਰੇਈ ਮਾਂ ਦੱਸੀ ਜਾਂਦੀ ਹੈ, ਸਾਰੇ ਤਾਰਿਆਂ ਨੂੰ ਬਾਹਰ ਕੱਢਿਆ ਹੋਇਆ ਸੀ। ਭਾਵੇਂ ਕਿਸੇ ਨੂੰ ਨਜ਼ਰ ਹੀ ਲੱਗ ਜਾਵੇ। ਅੱਗੇ ਲੇਖਕ ਲਿਖਦਾ ਹੈ, ਕੁਆਰਿਆਂ ਦਾ ਰਾਹ ਪਾਰਕ ਦੇ ਲੰਘੇ ਪਾਸੇ ਤੋਂ ਉੱਤੋਂ ਦੀ ਲੰਘਦਾ ਸੀ। ਪਾਰਕ ਦੁਆਲੇ ਦੀ ਤਾਰ ਵਿਚਾਲੇ ਰਾਹਾਂ ਦਾ ਮੈਨੂੰ ਪਤਾ ਸੀ, ਪਰ ਇਸ ਵੇਲੇ ਰਾਹੇ-ਰਾਹ ਲੰਘਣ ਦੀ ਥਾਂ ਮੇਰਾ ਤਾਰ ਟੱਪ ਕੇ ਜਾਣ ਨੂੰ ਜੀਅ ਕੀਤਾ। ਹਨੇਰਾ ਤੇ ਕੁਵੇਲਾ ਹੋਣ ਕਰਕੇ ਮੈਨੂੰ ਪੁੱਠੇ ਕੰਮਾਂ ਵੱਲ ਜਾਂਦਾ ਸੀ। ਜੋ ਲੇਖਕ ਲਿਖਦਾ ਹੈ ਕਿ ਹਨੇਰਾ ਹੋਣ ਕਰਕੇ ਜੋ ਮਨ ਹੈ ਉਹ ਪੁੱਠੇ ਕੰਮ ਵੱਲ ਜਾਂਦਾ ਸੀ। ਤਾਰ ਲੰਘ ਕੇ ਇੱਕ ਸਿਰਿਓਂ ਮੈਂ ਦੂਜੇ ਸਿਰੇ ਨੂੰ ਟੁਰ ਪਿਆ। ਪਾਰਕ ਵਿੱਚ ਇਸ ਵੇਲੇ ਮੇਰੇ ਬਿਨਾਂ ਹੋਰ ਕੋਈ ਨਹੀਂ ਸੀ। ਦੂਜੇ ਸਿਰ ਅੱਪੜ ਕੇ ਜਦੋਂ ਮੈਂ ਪਿਛਾਂਹ ਮੁੜਿਆ ਤਾਂ ਅਗਲੇ ਸਿਰੇ ਕੋਲ ਇੱਕ ਦਰੱਖਤ ਦੇ ਪਰਛਾਵੇਂ ਹੇਠ ਕੁਝ ਆਦਮੀ ਆ ਖਲੋਤੇ ਜਾਪਦੇ ਸਨ। ਕੁਝ ਨੇੜੇ ਆ ਕੇ ਮੈਨੂੰ ਦਿਸਿਆ ਕਿ ਉਹ 2 ਸਨ ਤੇ ਉਹਨਾਂ ਕੋਲ ਸਾਈਕਲ ਵੀ ਸਨ।
ਮੈਂ ਆਪਣੇ ਸਿੱਧੇ ਟੁਰੀ ਗਿਆ ਤੇ ਇਸ ਤਰ੍ਹਾਂ ਉਹਨਾਂ ਦੇ ਹੋਰ ਨੇੜੇ ਹੁੰਦਾ ਗਿਆ। ਇਹ ਤੇ ਕੁੜੀਆਂ ਸਨ, ਦੁਪੱਟੇ ਹੇਠਾਂ ਲਮਕ ਰਹੇ ਸਨ। ਇਹ ਇਸ ਵੇਲੇ ਸਾਈਕਲ ਲੈ ਕੇ ਖੜੀਆਂ ਇੱਥੇ ਕੀ ਕਰ ਰਹੀਆਂ ਨੇ? ਕਿੱਧਰੇ ਜਾਣਾ ਹੋਣਾ। ਪਰ ਇਸ ਵੇਲੇ ਜਦੋਂ ਮਾਡਲ ਟਾਊਨ ਦੇ ਸ਼ੌਕੀਨ ਅਤੇ ਬਹੁਤੀ ਦੇਰ ਤੱਕ ਜਾਗਣ ਵਾਲੇ ਲੋਕ ਵੀ ਸੌਣ ਨੂੰ ਫਿਰਦੇ ਨੇ, ਇਹਨਾਂ ਕਿੱਥੇ ਜਾਣਾ ਹੈ? ਕੋਈ ਖਰਾਬ ਥਾਂ ਹੀ ਹੋਣੀ ਹੈ। ਇੱਥੇ ਕਿਸੇ ਦੀ ਉਡੀਕ ਕਰ ਰਹੀਆਂ ਹੋਣਗੀਆਂ ਤੇ ਫਿਰ ਉਸ ਦੇ ਨਾਲ ਕਿੱਧਰੇ ਜਾਣਗੀਆਂ। ਆਪਣਾ ਸਾਈਕਲ ਲੈ ਕੇ ਚੋਰੀ ਚੋਰੀ ਇਹਨਾਂ ਕੁੜੀਆਂ ਦੇ ਪਿੱਛੇ ਨਾ ਲੱਗ ਜਾਵਾਂ। ਹੇਠਲੀ ਦੁਨੀਆ ਦੀ ਕੋਈ ਝਾਤ ਵੇਖਣ ਨੂੰ ਮਿਲੇਗੀ। ਪਰ ਫਿਰ ਸੋਚਿਆ, ਐਵੇਂ ਲੱਤਾਂ ਮਾਰਨ ਦਾ ਕੀ ਫਾਇਦਾ? ਇਹ ਜਾ ਕੇ ਕਿਸੇ ਦੇ ਘਰ ਜਾਂ ਹੋਟਲ ਵਿੱਚ ਵੜ ਜਾਣਗੀਆਂ ਤੇ ਮੈਂ ਬਾਹਰ ਖਲੋਤਾ ਰਹਿ ਜਾਵਾਂਗਾ। ਉਹ ਘਰ ਕਿਸੇ ਦਾ ਵੀ ਹੋ ਸਕਦਾ ਹੈ। ਮੈਂ ਕੀ ਕਰ ਸਕਦਾ ਹਾਂ? ਹੁਣ ਫਿਰ ਮੈਂ ਪਾਰਕ ਦੇ ਦੂਜੇ ਪਾਸੇ ਜਾ ਰਿਹਾ ਸਾਂ, ਕੁੜੀਆਂ ਤੋਂ ਦੂਰ ਵਾਲੇ ਪਾਸੇ। ਥੋੜ੍ਹੀ ਜਿਹੀ ਧੌਣ ਭੰਵਾ ਕੇ ਮੈਂ ਪਿੱਛੇ ਵੇਖਿਆ। ਕੁੜੀਆਂ ਉੱਥੇ ਹੀ ਖਲੋਤੀਆਂ ਸਨ। ਕੁਝ ਪੈਰ ਅੱਗੇ ਜਾ ਕੇ ਮੈਂ ਫਿਰ ਵੇਖਿਆ, ਕੁੜੀਆਂ ਅਜੇ ਵੀ ਉੱਥੇ ਖੜੀਆਂ ਸਨ। ਜਦੋਂ ਮੈਂ ਸਿਰ ਅੱਪੜ ਕੇ ਪਿੱਛਾਂ ਮੁੜਿਆ ਤਾਂ ਵੀ ਕੁੜੀਆਂ ਉੱਥੇ ਹੀ ਖਲੋਤੀਆਂ ਸਨ। ਵੇਖਣ ਨੂੰ ਤਾਂ ਅਸੀਂ ਦੋਵੇਂ ਧਿਰਾਂ ਆਪੋ ਆਪਣੇ ਕੰਮ ਲੱਗੀਆਂ ਸਾਂ। ਮੈਂ ਸੈਰ ਵਿੱਚ ਤੇ ਉਹ ਉਡੀਕ ਵਿੱਚ। ਪਰ ਮੇਰੀ ਸੈਰ ਦਾ ਭਾਵ ਉਹਨਾਂ ਦੀ ਉਡੀਕ ਦਾ ਅੰਤ ਵੇਖਣਾ ਤੇ ਉਹ ਸ਼ਾਇਦ ਸੈਰ ਦਾ ਅੰਤ ਉਡੀਕ ਰਹੀਆਂ ਸਨ। ਅਜੀਬ ਨਾਟਕ ਹੋ ਰਿਹਾ ਸੀ। ਹੁਣ ਮੈਂ ਦੂਜੀ ਵਾਰ ਉਹਨਾਂ ਵੱਲ ਨੂੰ ਟੁਰਿਆ ਆ ਰਿਹਾ ਸਾਂ। ਕੁਝ ਨੇੜੇ ਆ ਕੇ ਮੈਨੂੰ ਲੱਗਾ ਕਿ ਉਹ ਗੱਲਾਂ ਕਰ ਰਹੀਆਂ ਸਨ। ਜਦੋਂ ਮੈਂ ਹੋਰ ਨੇੜੇ ਆਇਆ ਤਾਂ ਉਹ ਗੱਲਾਂ ਕਰਨੋਂ ਵੀ ਹਟ ਗਈਆਂ। ਇਹਨਾਂ ਮੇਰੇ ਪੱਲੇ ਕੁਝ ਨਹੀਂ ਪਾਣਾ, ਭਾਵੇਂ ਮੈਂ ਕਿੰਨਾ ਚਿਰ ਇੱਥੇ ਫਿਰਦਾ ਰਵਾਂ। ਇਹ ਸੋਚ ਕੇ ਮੈਂ ਪਾਰਕ ਵਿੱਚੋਂ ਨਿਕਲ ਕੇ ਘਰ ਨੂੰ ਟੁਰ ਪਿਆ। ਥੋੜ੍ਹੀ ਦੂਰ ਜਾ ਕੇ ਜਦ ਪੱਕੀ ਸੜਕ ਦਾ ਮੋੜ ਮੁੜਿਆ ਤਾਂ ਅੱਗੋਂ ਮੇਰੀ ਵਹੁਟੀ ਆ ਰਹੀ ਸੀ। ਕਾਕੇ ਨੇ ਬੜਾ ਚਿਰ ਲਾ ਦਿੱਤਾ ਸੌਂਦੇ ਸੌਂਦੇ, ਇਸ ਲਈ ਮੈਨੂੰ ਦੇਰ ਲੱਗੀ ਏ। ਆਓ ਇੱਕ ਚੱਕਰ ਹੋਰ ਲਾ ਆਈਏ ਪਾਰਕ ਦਾ, ਉਸ ਮੰਗ ਕੀਤੀ। ਅਸੀਂ ਫਿਰ ਪਿੱਛਾਂ ਟੁਰ ਪਏ। ਜਦੋਂ ਅਸੀਂ ਉਹ ਮੋੜ ਮੁੜੇ ਤਾਂ ਪਾਰਕ ਵਿੱਚ 2 ਸਾਈਕਲਾਂ ਪਰਾਂ ਨੂੰ ਜਾ ਰਹੀਆਂ ਸਨ। ਉਡੀਕ ਕੇ ਉਹ ਕੁੜੀਆਂ ਆਪੇ ਹੀ ਟੁਰ ਚੱਲੀਆਂ ਨੇ। ਮੈਂ ਸੋਚਿਆ, ਅਜੇ ਅਸੀਂ ਬਾਹਰ ਸੜਕ 'ਤੇ ਹੀ ਸਾਂ ਕਿ ਉਹ ਸਾਈਕਲ ਪਿੱਛਾਂ ਨੂੰ ਘੁੰਮ ਪਏ। ਪਾਰਕ ਦੇ ਇਸ ਸਿਰੇ 'ਤੇ ਨੇੜੇ ਆ ਕੇ ਉਹ ਦੋਵੇਂ ਸਾਈਕਲ ਫਿਰ ਵਾਪਸ ਹੋ ਗਏ। ਇਹ ਕੁੜੀਆਂ ਨੇ ਖ਼ਬਰੇ ਸਾਈਕਲ ਦੀ ਜਾਚ ਸਿੱਖ ਰਹੀਆਂ ਸਨ। ਮੇਰੀ ਵਹੁਟੀ ਵੀ ਮੇਰੇ ਵਾਂਗ ਸਾਈਕਲ ਵੱਲ ਹੀ ਵੇਖ ਰਹੀ ਸੀ। ਕਹਿਣ ਲੱਗੀ, ਪਤਾ ਨਹੀਂ ਇਹ ਕੁੜੀਆਂ ਨੇ ਸਾਈਕਲ ਸਿੱਖਦੀਆਂ। ਮਾਡਲ ਟਾਊਨ ਦੀਆਂ ਕੁੜੀਆਂ ਨੂੰ ਉਹ ਜਾਣਦੀ ਸੀ। ਜਦੋਂ ਅਸੀਂ ਪਾਰਕ ਵਿੱਚ ਵੜੇ ਤਾਂ ਕੁੜੀਆਂ ਸਾਈਕਲ ਤੋਂ ਉਤਰ ਗਈਆਂ ਤੇ ਪਹਿਲਾਂ ਵਾਂਗ ਉਸੇ ਦਰੱਖਤ ਦੀ ਛਾਵੇਂ ਖਲੋ ਗਈਆਂ। ਮੇਰੀ ਵਹੁਟੀ ਉਹਨਾਂ ਕੁੜੀਆਂ ਨੂੰ ਪਛਾਣਨਾ ਚਾਹੁੰਦੀ ਸੀ। ਅਸੀਂ ਟਹਿਲਦੇ ਟਹਿਲਦੇ ਉਹਨਾਂ ਦੇ ਨੇੜੇ ਹੁੰਦੇ ਗਏ। ਜਨਾਨੀ ਨਾਲ ਹੋਣ ਕਰਕੇ ਮੈਨੂੰ ਉਹਨਾਂ ਦੇ ਨੇੜੇ ਜਾਂਦਿਆਂ ਕੋਈ ਡਰ ਨਹੀਂ ਸੀ। ਨੀ ਉੱਤਰ ਕਿਉਂ ਗਈਆਂ ਉਹ? ਅਸੀਂ ਤੁਹਾਨੂੰ ਨਜ਼ਰ 'ਤੇ ਨਹੀਂ ਲਾ ਦਿੰਦੇ? ਉਸ ਨੇ ਉਹਨਾਂ ਨੂੰ ਪਛਾਣ ਕੇ ਕਿਹਾ। ਇਹ ਤੇ ਸਰੋਜ ਅਤੇ ਵੀਨਾ ਨੇ। ਉਸ ਉਹਨਾਂ ਵੱਲ ਹੱਥ ਕਰਕੇ ਮੈਨੂੰ ਦੱਸਿਆ ਤੇ ਫਿਰ ਉਹਨਾਂ ਨੂੰ ਕਿਹਾ, ਚਲਾਓ ਜਰਾ ਅਸੀਂ ਵੀ ਵੇਖੀਏ। ਥੱਕ ਗਈਆਂ ਵਾਂ, ਜਰਾ ਸਾਹ ਲੈ ਕੇ ਚਲਾਵਾਂਗੀਆਂ। ਜਿਹੜੀਆਂ ਉਹਨਾਂ ਵਿੱਚੋਂ ਸਰੋਜ ਸੀ, ਉਸਨੇ ਬਹਾਨਾ ਬਣਾਇਆ। ਇਹ ਆਪਣੇ ਆਪ ਨੂੰ ਮੇਰੀ ਵਹੁਟੀ ਦੇ ਬਹੁਤਾ ਨੇੜੇ ਸਮਝਦੀ ਸੀ। ਕਦੋਂ ਕੁ ਦੀਆਂ ਚਲਾਂਦੀਆਂ ਪਈਆਂ ਉਹ? ਮੇਰੀ ਵਹੁਟੀ ਨੇ ਉਹਨਾਂ ਦੇ ਥੱਕ ਜਾਣ ਤੋਂ ਪੁੱਛਿਆ। ਨਹੀਂ ਭੈਣ ਜੀ, ਅਜੇ ਤੇ ਅਸਾਂ 2-3 ਚੱਕਰ ਹੀ ਲਾਏ ਨੇ। ਉਂਝ ਸਾਨੂੰ ਸੰਗ ਆਉਂਦੀ ਏ, ਵੀਨਾ ਨੇ ਕਿਹਾ। ਸ਼ਾਇਦ ਉਸਨੇ ਕੁਝ ਲਿਆ ਸੀ ਕਿ ਮੈਂ ਉੱਥੋਂ ਹੀ ਫਿਰਦਾ ਗਿਆ ਸਾਂ। ਸ਼ਾਇਦ ਉਸਨੇ ਬੁੱਝ ਲਿਆ ਸੀ ਕਿ ਮੈਂ ਉੱਥੇ ਹੀ ਫਿਰਦਾ ਰਿਹਾ ਸਾਂ, ਇਸ ਲਈ ਠੀਕ ਦੱਸ ਦਿੱਤਾ।
ਸੰਗ ਕਰਕੇ ਹੀ ਇਸ ਵੇਲੇ ਆਉਂਦੀਆਂ ਹੋ। ਹੋਰ ਕੀ ਕਰੀਏ, ਪਾਰਕ ਵਿਹਲੀ ਹੀ ਇਸ ਵੇਲੇ ਹੁੰਦੀ ਹੈ। ਤਿੱਖੇ ਜਵਾਬ ਦੇਣ ਲਈ ਗੱਲ ਫਿਰ ਸਰੋਜ ਨੇ ਫੜ ਲਈ ਸੀ। ਤੇ ਇੰਨਾ ਤੁਹਾਨੂੰ ਕੀ ਚਾਅ ਚੜਿਆ ਏ ਸਾਈਕਲਾਂ ਦਾ? ਅੱਧੀ ਰਾਤੀ ਲੁਕ ਲੁਕ ਕੇ ਸਿੱਖਦੀਆਂ ਪਈਆਂ ਓ। ਨਹੀਂ, ਚਾਅ ਕਾਹਦਾ ਏ, ਬਸ ਲੋੜ ਏ। ਲੋੜ ਕੀ? ਹੁਣ ਸਾਈਕਲ 'ਤੇ ਪੜ੍ਹਾਉਣ ਜਾਇਆ ਕਰੋਗੀਆਂ। ਹਾਂ, ਵੇਖੋ ਨਾ ਭੈਣ ਜੀ, ਵੀਨਾ ਫਿਰ ਸਮਝਾਉਣ ਲੱਗੀ। ਪਹਿਲਾਂ ਘਰੋਂ ਟੁਰ ਕੇ ਅੱਡੇ 'ਤੇ ਜਾਓ, ਫਿਰ ਬੱਸ ਤੋਂ ਉਤਰ ਕੇ ਪਿੰਡ ਅੱਪੜੋ। ਸੜਕ ਤੋਂ ਮੀਲ ਮੀਲ ਦੂਰ ਪਿੰਡ ਨੇ ਜਿੱਥੇ ਅਸੀਂ ਪੜ੍ਹਾਉਂਦੀਆਂ ਵਾਂ। ਇਹਦਾ ਤੇ ਕੋਈ 2 ਪੈਰ ਘੱਟ ਹੋਵੇਗਾ, ਪਰ ਮੇਰਾ ਪੂਰਾ ਮੀਲ ਏ। ਸਾਰਾ ਪਿੰਡ ਉਜਾੜ ਬਿਆਬਾਨ। ਦੱਸੋ ਭੈਣ ਜੀ, ਭਲਾ ਇੱਥੇ ਸਾਡਾ ਕੌਣ ਏ? ਸੱਚੀ ਇੰਨਾ ਡਰ ਆਉਂਦਾ ਏ, ਪਤਾ ਨਹੀਂ ਪਿੰਡ ਅੱਪੜ ਕਿਵੇਂ ਜਾਂਦੀਆਂ ਵਾਂ। ਹਾਂ, ਡਰ ਤੇ ਬਹੁਤ ਹੀ ਆਉਂਦਾ ਹੋਣਾ ਏ। ਮੇਰੀ ਵਹੁਟੀ ਨੇ ਬਗਾਨੇ ਪਿੰਡ ਦੀਆਂ ਜੂਹਾਂ ਵਿੱਚ ਜਵਾਨ ਕੁੜੀਆਂ ਇਕੱਲੀਆਂ ਫਿਰਦੀਆਂ ਦਾ ਨਕਸ਼ਾ ਅੱਖਾਂ ਅੱਗੇ ਲਿਆ ਕੇ ਕਿਹਾ। ਭੈਣ ਜੀ, ਡੰਡੀ ਦੇ ਨਾਲ ਕਦੀ ਕਪਾਹ, ਕਦੀ ਮਕਈ, ਕਦੀ ਕਮਾਦ ਤੇ ਕਦੀ ਬਾਜਰਾ। ਜਿੰਨਾ ਚਿਰ ਪੈਲੀ ਮੁੱਕ ਨਾ ਜਾਏ, ਉਤਲਾ ਸਾਂ ਉਤਾਂ ਤੇ ਹੇਠਲਾ ਹੇਠਾਂ ਹੀ ਰਹਿ ਜਾਂਦਾ ਏ। ਹੁਣ ਕਈ ਹੋਰ ਕੁੜੀਆਂ ਨੇ ਸਾਈਕਲ ਲਏ ਨੇ। ਆਂਦੀਆਂ ਨੇ ਸਾਈਕਲ 'ਤੇ ਡਰ ਘੱਟ ਲੱਗਦਾ ਏ, ਨਾਲੇ ਟੁਰਨ ਤੋਂ ਬਚ ਜਾਈਦਾ ਏ। ਬਸ ਸਾਈਕਲ ਚਲਾਂਦੇ ਚਲਾਂਦੇ ਝੱਟ ਬੰਦੇ ਦੇ ਕੋਲੋਂ ਲੰਘ ਜਾਓ। ਪਈ ਬੜਾ ਔਖਾ ਕੰਮ ਏ ਸਾਈਕਲ ਨਾਲ ਵੀ। ਤੁਸੀਂ ਸ਼ੇਰਨੀਆਂ ਓ, ਖੌਰੇ ਕਿੱਡਾ ਕੁ ਦਿਲ ਏ ਤੁਹਾਡਾ। ਲਿਆ ਖਾਂ ਭਲਾ ਵੇਖਾਂ। ਤੇ ਦਿਲ ਵੇਖਣ ਦੇ ਬਹਾਨੇ ਮੇਰੀ ਵਹੁਟੀ ਨੇ ਸਰੋਜ ਨੂੰ ਉਸਦੀ ਬਹਾਦਰੀ ਦੀ ਸ਼ਲਾਘਾ ਵਿੱਚ ਆਪਣੀ ਜੱਫੀ ਵਿੱਚ ਘੁੱਟ ਲਿਆ। ਸ਼ਲਾਘਾ ਦੇ ਨਾਲ ਇਹ ਵਿਦਾਇਗੀ ਵੀ ਸੀ। ਅਸੀਂ ਸਾਰੇ ਉੱਠ ਖਲੋਤੇ। ਜਦੋਂ ਉਹਨਾਂ ਤੋਂ ਵੱਖ ਹੋ ਕੇ ਅਸੀਂ ਬਾਹਰ ਸੜਕ 'ਤੇ ਆਏ ਤਾਂ ਮੇਰੀ ਵਹੁਟੀ ਨੇ ਕਿਹਾ, ਇਹ ਦੋਵੇਂ ਮਾਸਟਰਨੀਆਂ ਨੇ। ਇੱਥੇ ਸ਼ਹਿਰ ਵਿੱਚ ਕਿਸੇ ਸਕੂਲੇ ਜਗ੍ਹਾ ਨਹੀਂ ਮਿਲੀ। ਪਿੰਡਾਂ ਵਿੱਚ ਨੌਕਰੀਆਂ ਮਿਲ ਜਾਂਦੀਆਂ ਨੇ, ਹੁਣ ਉੱਥੇ ਪੜ੍ਹਾਉਣ ਜਾਂਦੀਆਂ ਨੇ। ਬੜੀਆਂ ਬਹਾਦਰ ਨੇ ਇਹ ਕੁੜੀਆਂ। ਬੜੀਆਂ ਬਹਾਦਰ ਨੇ ਇਹ ਕੁੜੀਆਂ। ਮੈਨੂੰ ਤੇ ਸ਼ਹਿਰੋਂ ਬਾਹਰ ਪੱਕੀ ਸੜਕ 'ਤੇ ਵੀ ਡਰ ਲੱਗੇ। ਉਸ ਫਿਰ ਸ਼ਲਾਘਾ ਕੀਤੀ। ਉਸ ਦੀ ਇਸ ਸ਼ਲਾਘਾ ਦੇ ਸਾਹਮਣੇ ਮੇਰੀ ਸ਼ਰਮਿੰਦਗੀ ਹੋਰ ਵੱਧ ਗਈ। ਆਪਣੇ ਆਪ ਨੂੰ ਹੌਲਾ ਕਰਨ ਲਈ ਮੈਂ ਕਿਹਾ, ਅੱਗੇ ਜਦੋਂ ਮੈਂ ਆਇਆ ਤਾਂ ਇਹ ਇਸੇ ਦਰੱਖਤ ਹੇਠ ਲੁਕ ਕੇ ਖਲੋਤੀਆਂ ਸਨ। ਮੈਂ ਤੇ ਕੁਝ ਹੋਰ ਹੀ ਸਮਝਿਆ। ਚੰਗਾ ਹੋਇਆ ਅਸੀਂ ਫਿਰ ਆ ਗਏ, ਨਹੀਂ ਤੇ ਮੈਂ ਹਨੇਰੇ ਵਿੱਚ ਖਲੋਤੀਆਂ ਸਾਈਕਲਾਂ ਨੂੰ ਕਿਸੇ ਮਜ਼ੇਦਾਰ ਸ਼ਰਾਰਤ ਦਾ ਮੁੱਢ ਹੀ ਸਮਝਿਆ ਹੀ। ਕੰਮ ਕਰਨ ਵਾਲੀਆਂ ਕੁੜੀਆਂ 'ਤੇ ਬੜੀਆਂ ਤੋਹਮਤਾਂ ਲੱਗਦੀਆਂ ਨੇ। ਮੇਰੀ ਵਹੁਟੀ ਨੇ ਕੁਝ ਖਿਝ ਕੇ ਕਿਹਾ। ਹਰ ਇੱਕ ਨੂੰ ਭੁਲੇਖਾ ਪੈ ਜਾਂਦਾ ਏ ਕਿ ਤੁਹਾਨੂੰ ਇੱਕ ਬੜੀ ਸੁਆਦਲੀ ਗੱਲ ਦੱਸਣੀ ਆ। ਫਿਰ ਇੱਕ ਵਾਰੀ ਮੈਂ ਤੇ ਮੇਰੀ ਭੈਣ ਫਿਰੋਜ਼ਪੁਰ ਆਪਣੀ ਕੋਠੀ ਅੱਗੇ ਸਵੇਰੇ ਘੁਸਮੁਸੇ ਜਿਹੇ ਫਿਰ ਰਹੀਆਂ ਸਾਂ। ਸਾਹਮਣਿਓਂ ਕਾਹਲੀ ਕਾਹਲੀ ਟੁਰਦੀ ਇੱਕ ਕੁੜੀ ਆਈ। ਕਦੀ ਉਹ 2 ਕੁ ਪੈਰ ਭੱਜ ਵੀ ਲੈਂਦੀ ਤੇ ਫਿਰ ਕਾਹਲੀ ਕਾਹਲੀ ਟੁਰਨ ਲੱਗ ਜਾਂਦੀ। ਜਦੋਂ ਸਾਨੂੰ ਨੇੜੇ ਆਈ ਤਾਂ ਉਹਦਾ ਮੂੰਹ ਦਿਸਿਆ ਤਾਂ ਘਬਰਾਈ ਹੋਈ ਡਾਢੀ ਜਾਪੀ। ਅਸੀਂ ਬੜੀਆਂ ਹੈਰਾਨ ਹੋਈਆਂ। ਸੈਰ ਕਰਨ ਵਾਲੀਆਂ ਤੇ ਫਿਰ ਇਸ ਤਰ੍ਹਾਂ ਨਹੀਂ ਭੱਜਦੀਆਂ। ਸੈਰ ਕਰਨ ਵਾਲੀਆਂ ਤਾਂ ਇਸ ਤਰ੍ਹਾਂ ਨਹੀਂ ਭੱਜਦੀਆਂ। ਨਾ ਹੀ ਉੱਧਰ ਸਟੇਸ਼ਨ ਜਾਂ ਮੋਟਰਾਂ ਦਾ ਕੋਈ ਅੱਡਾ ਸੀ। ਅਸਾਂ ਸਮਝਿਆ ਕਿ ਇਹਨੂੰ ਰਾਤ ਕਿਧਰੇ ਸੁੱਤਿਆਂ ਸੁੱਤਿਆਂ ਦੇਰ ਹੋ ਗਈ ਤੇ ਹੁਣ ਭੱਜੀ ਜਾ ਰਹੀ ਹੈ ਕਿ ਘਰਦਿਆਂ ਦੇ ਜਾਗਣ ਤੋਂ ਪਹਿਲਾਂ ਪਹਿਲਾਂ ਘਰ ਜਾ ਵੜਾਂ। ਭਲਾ ਕਿੱਥੇ ਜਾਂਦੀ ਏ, ਇਹ ਜਾਣਨ ਲਈ ਅਸੀਂ ਵੀ ਉਹਦੇ ਪਿੱਛੇ ਟੁਰ ਪਈਆਂ।
ਉਹ ਅੱਗੇ ਅੱਗੇ ਤੇ ਅਸੀਂ ਮਗਰ ਮਗਰ। ਉਹ ਟੈਲੀਫੋਨ ਐਕਸਚੇਂਜ ਨੂੰ ਮੁੜ ਪਈ। ਅਸੀਂ ਸਮਝ ਲਿਆ ਕਿ ਉਹ ਟੈਲੀਫੋਨ ਓਪਰੇਟਰ ਸੀ ਤੇ ਉਸ ਨੂੰ ਸਿਰਫ ਡਿਊਟੀ ਤੋਂ ਦੇਰ ਹੋ ਗਈ ਸੀ। ਸੜਕ 'ਤੇ ਖੜ੍ਹੀਆਂ ਉਹ ਉਸ ਵੱਲ ਵੇਖਦੀਆਂ ਰਹੀਆਂ। ਅੰਦਰ ਜਾ ਕੇ ਉਹ ਆਪਣੀ ਕੁਰਸੀ 'ਤੇ ਬੈਠ ਗਈ ਅਤੇ ਅਸੀਂ ਸ਼ਰਮਿੰਦੀਆਂ ਹੁੰਦੀਆਂ ਪਿੱਛਾਂ ਨੂੰ ਮੁੜ ਆਈਆਂ। ਇਹ ਸ਼ੇਰਨੀਆਂ ਕਹਾਣੀਆਂ ਦਾ ਸਾਰ ਤੇ ਇਸ ਵਿੱਚ ਜੋ ਔਖੇ ਸ਼ਬਦ ਆਏ ਹਨ: ਚਾਰਾ, ਕੋਸ਼ਿਸ਼, ਕੁਆਰਿਆਂ ਦਾ ਰਾਹ, ਆਕਾਸ ਗੰਗਾ, ਸੰਗ, ਸ਼ਰਮ, ਜੂਹਾਂ, ਹੱਦ, ਅੰਦਰ ਦਾ ਇਲਾਕਾ, ਪੈਲੀ, ਖੇਤ, ਸ਼ਲਾਘਾ, ਵਡਿਆਈ ਜਾਂ ਤਾਰੀਫ, ਤੋਹਮਤਾਂ, ਦੋਸ਼। ਇਸ ਦੇ ਪ੍ਰਸ਼ਨ ਅਗਲੀ ਵੀਡੀਓ ਵਿੱਚ ਕਰਾਂਗੇ। ਇੱਕ ਪ੍ਰਸ਼ਨ ਦੇਖ ਲਓ। ਰਾਤ ਦੇ ਹਨੇਰੇ ਵਿੱਚ ਪਾਰਕ ਦਾ ਦ੍ਰਿਸ਼ ਕਿਹੋ ਜਿਹਾ ਸੀ? ਰਾਤ ਦੇ ਹਨੇਰੇ ਵਿੱਚ ਪਾਰਕ ਦੇ ਕੰਢੇ 'ਤੇ ਸੜਕਾਂ ਉੱਤੇ ਬੱਤੀਆਂ ਲੱਗੀਆਂ ਹੋਈਆਂ ਸਨ, ਪਰ ਉਹਨਾਂ ਦੀ ਜੋ ਰੋਸ਼ਨੀ ਸੀ ਇੰਨੀ ਕੁ ਸੀ ਜਿੰਨੀ ਕੁ 8 ਕੁ ਦਿਨਾਂ ਦੇ ਚੰਦਰਮਾ ਦੀ ਹੁੰਦੀ ਹੋਵੇ। ਇਹ ਰੋਸ਼ਨੀ ਵੀ ਇਕਸਾਰ ਨਹੀਂ ਸੀ। ਸੜਕਾਂ ਦੇ ਕਿਨਾਰੇ ਉੱਗੇ ਦਰੱਖਤਾਂ ਦੇ ਲੰਮੇ ਪਰਛਾਵੇਂ ਪਾਰਕ ਵਿੱਚ ਪੈ ਰਹੇ ਸਨ ਅਤੇ ਕਈ ਥਾਵਾਂ 'ਤੇ ਹਨੇਰਾ ਵੀ ਕਰ ਰਹੇ ਸਨ। ਰਾਤ ਹਨੇਰੀ ਸੀ ਅਤੇ ਆਕਾਸ਼ ਵਿੱਚ ਤਾਰੇ ਵੀ ਸਨ। ਇਹ ਸੀ ਬਈ ਸ਼ੇਰਨੀਆਂ ਕਹਾਣੀਆਂ ਦਾ ਸਾਰ, ਜਿਸ ਦੇ ਲੇਖਕ ਕੁਲਵੰਤ ਸਿੰਘ ਵਿਰਕ ਹਨ। ਜੇਕਰ ਵੀਡੀਓ ਪਸੰਦ ਆਈ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ।